जी, अस्सलाम वालेकुम वरहमतुल्लाहि वबरकातुहू। नाज़रीन, आप देख रहे हैं हँसता वसदा पाकिस्तान टीवी इंटरनेशनल ਤੇ ਅੱਜ ਤੁਹਾਨੂੰ ਦੱਸੀ ਅਸੀਂ ਕਿ ਅਹਿਮਦੀ ਹੋਣ ਤੇ ਕਿੰਨੇ ਪੈਸੇ ਮਿਲਦੇ ਨੇ ਤੇ ਕੌਣ ਦਿੰਦਾ ਹੈ ਤੇ ਕਿੱਥੋਂ ਆਉਂਦੇ ਨੇ ਤੇ ਅਹਿਮਦੀ ਜਿਹੜਾ ਕੋਈ ਇੱਕ ਜਿਹੜੇ 5-7 ਭਰਾ ਨੇ ਉਹਨਾਂ ਜੋ ਅਹਿਮਦੀ ਹੋ ਜਾਂਦੇ ਤੇ ਉਹ ਦਿਨਾਂ 'ਚ ਅਮੀਰ ਕੈਸਾ ਹੋ ਜਾਂਦਾ ਹੈ, ਉਹ ਸਾਰੇ ਅਸੀਂ ਉਹ ਪਰਦਾ ਅਸੀਂ ਤੁਹਾਡੇ ਕੇ ਫਾਸ਼ ਕਰਾਂਗੇ। ਤੁਹਾਨੂੰ ਦੱਸਾਂਗੇ ਸਾਰੀ ਸੂਰਤ ਹਾਲ ਕਿ ਆਖਰ ਅੰਦਰ ਵਾਲੀ ਗੱਲ ਕੀ ਹੈ। ਅਕਸਰ ਲੋਕਾਂ ਨੂੰ ਨਹੀਂ ਪਤਾ ਕਿ ਇਹਦੇ ਅੰਦਰ ਹਕੀਕਤ ਕੀ ਹੈ ਤੇ ਕੀ ਨਹੀਂ। ਅਕਸਰ ਲੋਕੀ ਜਿਹੜੇ ਨੇ ਸਾਡੇ ਸਿੱਧੇ ਸਾਦੇ ਭਰਾ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਰਹਿਣ ਵਾਲੇ, ਹਿੰਦੁਸਤਾਨ 'ਚ ਰਹਿਣ ਵਾਲੇ, ਖਾਸ ਕਰਕੇ ਉੱਥੇ ਦੇ ਜਿੰਨੇ ਵੀ ਉਲਮਾ ਨੇ ਉਹ ਤਕਰੀਰਾਂ ਕਰਦੇ ਨੇ। ਤਕਰੀਰਾਂ ਕਰਦੇ ਹੋਏ ਬੜੇ ਜਜ਼ਬਾਤੀ ਕਰ ਦਿੰਦੇ ਨੇ ਤੇ ਉਹ ਜਜ਼ਬਾਤੀ ਲਹਿਜੇ ਦੇ ਵਿੱਚ ਐਸਾ ਤਕਰੀਰਾਂ ਕਰਦੇ ਨੇ। ਉਹ ਜਦੋਂ ਤੁਸੀਂ ਕਾਦੀਆਨੀ ਹੋ ਜਾਂਦੇ ਹੋ, ਜਦੋਂ ਤੁਸੀਂ ਅਹਿਮਦੀ ਹੋ ਜਾਂਦੇ ਹੋ ਤੇ ਅਹਿਮਦੀ ਤੁਹਾਨੂੰ ਪੈਸੇ ਦਿੰਦੇ ਨੇ, ਪੈਸਿਆਂ ਨੂੰ ਧੱਬੇ ਦਿੰਦੇ ਨੇ, ਇੱਥੋਂ ਤੱਕ ਕਿ ਤੁਹਾਨੂੰ ਬਾਹਰ ਵੀ ਲੈ ਜਾਂਦੇ ਨੇ ਐਂਡ ਕਰਕੇ ਨਾ ਅੱਗੋਂ। ਤੇ ਉਹ ਤੁਹਾਨੂੰ ਯਕੀਨ ਦਿਵਾਉਂਦੇ ਨੇ ਕਿ ਅਸੀਂ ਜੋ ਗੱਲਾਂ ਕਰ ਰਹੇ ਹਾਂ ਬਿਲਕੁਲ ਸਹੀ ਕਰ ਰਹੇ ਹਾਂ, ਮਗਰ ਉਹਦੀ ਹਕੀਕਤ ਤੁਹਾਨੂੰ ਅੱਜ ਮੈਂ ਦੱਸਦਾ ਵਾਂ। ਉਹ ਕਿੰਨੇ ਪੈਸੇ ਦਿੰਦੇ, ਕਿੰਝ ਦਿੰਦੇ। ਐਸੇ ਤਰ੍ਹਾਂ ਇੱਕ ਬੰਦਾ ਸੀ, ਨੌਜਵਾਨ, ਬਿਲਕੁਲ ਸੱਚਾ ਵਾਕਿਆ, ਪੜ੍ਹਿਆ ਲਿਖਿਆ ਸੀ, ਸਿੰਧ ਦਾ ਰਹਿਣ ਵਾਲਾ ਸੀ। ਉਹ ਆਪਣੇ ਉਲਮਾਵਾਂ ਦੀਆਂ ਤਕਰੀਰਾਂ ਸੁਣ ਕੇ ਵੱਡਾ ਹੋਇਆ ਸੀ ਤੇ ਉਹਨੇ ਇੱਕ ਦਿਨ ਸੋਚਿਆ, ਯਾਰ ਮੈਂ ਪੜ੍ਹ ਲਿਖ ਲਿਆ, ਬੜੀ ਜਗ੍ਹਾ ਤੇ ਅਪਲਾਈ ਕੀਤਾ, ਕਿਤੇ ਕੋਈ ਨੌਕਰੀ ਨਹੀਂ ਲੱਭਦੀ ਪਈ ਤੇ ਮੈਂ ਕਿਉਂ ਨਹੀਂ ਇਹ ਕਰਾਂ ਕਿ ਮੈਂ ਵੀ ਅਹਿਮਦੀ ਹੋ ਜਾਂਦਾ ਵਾਂ। ਝੂਠਾ ਮੁੱਠਾ ਹੋਵਾਂ ਜਾਂ ਸੱਚੀ ਮੁੱਚੀ ਹੋਵਾਂ, ਜੈਨ ਵੀ ਹੋਵਾਂ, ਕਮ ਪੈਸੇ ਦੇਣਗੇ, ਉਹ ਮਾਲ ਤੇ ਦੇਣਗੇ ਤੇ ਕਮ ਮੇਰੇ ਘਰ 'ਚ ਖੁਸ਼ਹਾਲੀ ਹੋ ਜਾਏਗੀ। ਤੇ ਉਹ ਇਹੋ ਹੀ ਸੋਚ ਕੇ ਨਾ ਤੇ ਉਹਨੇ ਨਾ ਰਬਵਾ ਚਲ ਗਿਆ। ਰਬਵੇ ਗਿਆ ਤੇ ਉੱਥੇ ਜਾ ਕੇ ਨਾ ਤੇ ਉਹ ਲੱਭਦਾ ਫਿਰੇ ਕਿ ਇੱਥੋਂ ਬੈਤ ਕਿੱਥੇ ਕਰਨੀ, ਕਿੱਥੇ ਅਹਿਮਦੀ ਹੋਣਾ। ਉਹ ਹਰ ਬੰਦੇ ਨੂੰ ਕਹੇ ਕਿ ਯਾਰ ਮੈਂ ਅਹਿਮਦੀ ਹੋਣਾ, ਅਹਿਮਦੀ ਹੋਣਾ। ਉਹ ਐਸੇ ਤਰ੍ਹਾਂ ਜੋ ਵੀ ਸੂਰਤ ਹਾਲ ਸੀ ਉੱਥੇ ਜਿਹੜੇ ਜਮਾਤ ਦੇ ਕੁਝ ਬੰਦਿਆਂ ਨੂੰ ਮਿਲਿਆ ਤੇ ਉਹਨਾਂ ਨੂੰ ਕਿਹਾ ਜੀ ਕਿ ਮੈਂ ਜੀ ਬੈਤ ਕਰਨਾ ਚਾਹੁੰਦਾ ਤੇ ਮੈਂ ਅਹਿਮਦੀ ਹੋਣਾ ਚਾਹੁੰਦਾ। ਉਹਨਾਂ ਕਿਹਾ ਤੂੰ ਦੱਸ, ਤੈਨੂੰ ਕੋਈ ਕਿਤਾਬਾਂ ਪੜ੍ਹੀਆਂ ਜਮਾਤ ਦੀਆਂ, ਜਮਾਤ ਦੇ ਬਾਰੇ ਇਲਮ ਹੈ? ਉਹ ਕਹੇ ਕਿ ਹਾਂ ਮੈਨੂੰ ਇਲਮ ਹੈ, ਬਸ ਮੇਰੀ ਤੁਸੀਂ ਬੈਤ ਲਓ ਤੇ ਮੈਂ ਅਹਿਮਦੀ ਹੋਣਾ। ਉਹਨੂੰ ਕਿਹਾ ਕਿ ਨਹੀਂ, ਤੂੰ ਇਹ ਦੱਸ ਕਿ ਬੈਤ ਤੇ ਅੱਜ ਕੱਲ੍ਹ ਜੈਸਾਂ ਦੇ ਹਾਲਾਤ ਚੱਲ ਰਹੇ ਨੇ, ਅਗਰ ਤੂੰ ਸਮਝਣਾ ਕਿ ਤੂੰ ਅਹਿਮਦੀ ਹੈ, ਠੀਕ ਹੈ, ਤੂੰ ਆਪਣੇ ਜਿੱਥੇ ਰਹਿਣਾ ਉੱਥੇ ਜਾ ਵਾਪਸ ਤੇ ਰਹੀ ਜਾ ਤੇ ਮਗਰ ਤੂੰ ਬੇਸ਼ੱਕ ਆਪਣੇ ਆਪ ਨੂੰ ਜ਼ਾਹਿਰ ਨਾ ਕਰ, ਜੇ ਤੇਰੀ ਉੱਥੇ ਬੇਸ਼ੱਕ ਜੈਸਾ ਮੁਖਾਲਫਤ ਹੈ ਜਾਂ ਜੋ ਵੀ ਸੂਰਤ ਹਾਲ ਹੈ ਤੇ ਤੂੰ ਚੱਲ ਜਾ। ਤੇ ਤੂੰ ਲਾਜ਼ਮੀ ਬੈਤ ਕਰਨੀ ਹੈ, ਲਾਜ਼ਮੀ ਤੂੰ ਜਦੋਂ ਤਾਲੀਮ ਨਹੀਂ ਤੈਨੂੰ ਇਹਦੇ ਬਾਰੇ ਚਣਾ ਤੇ ਤੂੰ ਕਿਉਂ ਬੈਤ ਕਿਉਂ ਕਰਨਾ ਚਾਹੁੰਦਾ, ਇਹਦੀ ਵਿਚਲੀ ਵਜ੍ਹਾ ਦੱਸ, ਵਿਚਲੀ ਵਜ੍ਹਾ ਦੱਸ। ਉਹਨੂੰ ਜਦੋਂ ਬਾਰ-ਬਾਰ ਕਿਹਾ, ਉਹ ਬੰਦਾ ਸੱਚ ਬੋਲਣ ਵਾਲਾ ਸੀ, ਉਹਨੇ ਆਖਰਕਾਰ ਸੱਚ ਬੋਲ ਹੀ ਦਿੱਤਾ। ਉਹਨੇ ਕਿ ਗੱਲ ਦੱਸ ਲਿਆ ਵੇ, ਮੈਂ ਗਰੀਬ ਆਦਮੀ ਹਾਂ, ਜੌਬ ਬੜੀ ਤਲਾਸ਼ ਕੀਤੀ, ਮੈਨੂੰ ਕਿਤੋਂ ਨਹੀਂ ਮਿਲੀ। ਮੈਂ ਬਚਪਨ ਤੋਂ ਸੁਣਦਾ ਆਇਆ ਵਾਂ ਕਿ ਜਿਹੜੇ ਕਾਦੀਆਨੀ ਨੇ ਨਾ, ਜਦੋਂ ਤੁਸੀਂ ਕਾਦੀਆਨੀ ਹੋ ਜਾਓ, ਅਹਿਮਦੀ ਹੋ ਜਾਓ, ਮਰਜ਼ਈ ਮੁਖਤਲਿਫ ਨਾਮ ਲੈਂਦੇ ਨੇ ਲੋਕੀ, ਤੇ ਉਹ ਤੁਹਾਡੇ ਉੱਤੇ ਨੋਟ ਨਿਸ਼ਾਵਰ ਕਰ ਦਿੰਦੇ ਨੇ, ਪੈਸਾ ਦੇ ਛੱਡਦੇ ਨੇ, ਗੱਡੀਆਂ, ਕਾਰਾਂ, ਬੰਗਲੇ ਇਹ ਦੇ ਛੱਡਦੇ ਨੇ, ਇੱਥੋਂ ਤੱਕ ਕਿ ਤੁਹਾਨੂੰ ਬਾਹਰ ਵੀ ਲੈ ਜਾਂਦੇ ਨੇ। ਤੇ ਇੰਝ ਦੀ ਸੂਰਤ ਹਾਲ ਪੈਦਾ ਹੁੰਦੀ ਤੇ ਉਸ ਵੇਲੇ ਤਾਂ ਮੈਂ ਸੋਚਿਆ ਕਿ ਮੈਂ ਅਹਿਮਦੀ ਹੋ ਜਾਣਾ ਤੇ ਕਮ ਮੇਰੇ ਘਰ 'ਚ ਖੁਸ਼ਹਾਲੀ ਆ ਜਾਏਗੀ। ਤੇ ਉਹਨੂੰ ਉਹਨਾਂ ਨੇ ਦੱਸਿਆ, ਗੱਲ ਐਵੇਂ ਸੁਣਿਆ ਕਿ ਜਦੋਂ ਤੁਸੀਂ ਅਹਿਮਦੀ ਹੁੰਦੇ ਹੋ, ਉਹ ਪੈਸੇ ਦਿੰਦੇ ਦੁੰਦੇ ਕੋਈ ਨਹੀਂ, ਉਹ ਪੈਸੇ ਲੈਂਦੇ ਨੇ। ਉਹ ਮੁਖਤਲਿਫ ਚੰਦੇ ਨੇ, ਮੁਖਤਲਿਫ ਤਹਿਰੀਕਾਂ ਨੇ, ਉਹਨਾਂ ਲੋਕੀ ਹਿੱਸਾ ਲੈਂਦੇ ਨੇ, ਉਹਨਾਂ ਚੰਦੇ ਦਿੰਦੇ ਨੇ। ਉਹ ਜਦੋਂ ਚੰਦੇ ਉਹਨਾਂ ਹੀ ਦਿੰਦੇ ਨੇ, ਉਹ ਗਰੀਬਾਂ ਤੇ ਲੱਗਦੇ ਨੇ, ਗਰੀਬ ਲੋਕਾਂ ਦੇ ਉੱਤੇ ਲੱਗਦੇ ਨੇ। ਜੈਸਾ ਸਲਾਬ ਜ਼ਦਗਾਨ ਹੋਣ ਉਹਨਾਂ ਤੇ ਲੱਗਦੇ ਨੇ, ਜ਼ਲਜ਼ਲੇ ਦੀ ਆਫਤ ਦੇ ਉੱਤੇ ਜਿਹੜੇ ਲੋਕੀ ਵਿਚਾਰੇ ਮਰਦੇ ਜਾਂ ਕੁਝ ਜੀਂਦੇ ਹੁੰਦੇ ਉਹਨਾਂ ਤੇ ਲੱਗਦੇ ਨੇ। ਜਿਹੜੀਆਂ ਕੋਈ ਬੇਵਾ ਔਰਤਾਂ ਹੋ ਜਾਂਦੀਆਂ ਨੇ ਜਵਾਨੀ ਦੇ ਵਿੱਚ, ਉਹਨਾਂ ਦੇ ਛੋਟੇ ਛੋਟੇ ਬੱਚੇ ਹੁੰਦੇ ਉਹਨਾਂ ਤੇ ਲੱਗਦੇ ਨੇ। ਉਹ ਇਨਸਾਨੀਅਤ ਤੇ ਲੱਗਦੇ ਨੇ, ਇਨਸਾਨਾਂ ਦੀ ਹਮਦਰਦੀ ਤੇ ਲੱਗਦੇ ਨੇ। ਤੇ ਜੋ ਦੇਖੋ ਅਸੀਂ ਰੱਬ ਦੀ ਮਖਲੂਕ ਦੇ ਨਾਲ ਜਦੋਂ ਉਹਦੇ ਉੱਤੇ ਲੱਗਦੇ ਨੇ ਨਾ, ਤੇ ਰੱਬ ਫਿਰ ਆਟੋਮੈਟਿਕ ਉਹਨਾਂ ਨੂੰ ਰੱਬ ਦਿੰਦਾ ਹੈ। ਅਸੀਂ ਕੁਛ ਨਹੀਂ ਦਿੰਦੇ, ਅਸੀਂ ਚੰਦੇ ਇਕੱਠੇ ਕਰੀਦੇ ਨੇ। ਚੰਦੇ ਇਕੱਠੇ ਕਰਕੇ ਜਮਾਤ ਜਿਹੜੀ ਉਹ ਗਰੀਬਾਂ ਤੇ ਲਾਉਂਦੀ ਏ ਤੇ ਉਹਦੇ ਬਦਲੇ 'ਚ ਅੱਲਾਹ ਤਾਲਾ ਦਿੰਦਾ ਹੈ। ਉਹ ਜਮਾਤ ਕੋਈ ਨਹੀਂ ਦਿੰਦੀ, ਜਮਾਤ ਤੇ ਪੈਸੇ ਲੈਂਦੀ ਏ। ਅਗਰ ਜੇ ਤੂੰ ਪੈਸੇ ਦੇਣੇ ਨੇ, ਅਗਰ ਤੈਨੂੰ ਜਮਾਤ ਦੀ ਕੋਈ ਸਮਝ ਹੈ ਤੇ ਫਿਰ ਤੂੰ ਜਮਾਤ ਦੇ ਵਿੱਚ ਆ। ਜਦੋਂ ਤੈਨੂੰ ਜਮਾਤ ਦਾ ਪਤਾ ਹੀ ਕੋਈ ਨਹੀਂ ਹੈਗਾ, ਤੈਨੂੰ ਇਲਮ ਨਹੀਂ ਹੈਗਾ, ਤੇ ਤੂੰ ਭਾਵੇਂ ਜਿਹੜੇ ਮਰਜ਼ੀ ਮਸਲਕ ਨਾਲ ਤਲਕ ਰੱਖਣਾ ਹੈ ਨਾ, ਤੇ ਤੂੰ ਐਸਾ ਕਰ, ਜੇ ਤੈਨੂੰ ਸਿਰਫ ਪੈਸਿਆਂ ਦਾ ਲਾਲਚ, ਜੇ ਤੈਨੂੰ ਪੈਸੇ ਚਾਹੀਦੇ ਨੇ, ਤੇਰੇ ਦੌਲਤ ਚਾਹੀਦੀ ਹੈ ਤੈਨੂੰ ਆਪਣੇ ਬੱਚਿਆਂ ਲਈ, ਤੇ ਤੈਨੂੰ ਇੱਕ ਕੰਮ ਦੱਸਦੇ ਆ, ਉਹ ਤੂੰ ਕੰਮ ਕਰ। ਤੈਨੂੰ ਇਨਸ਼ਾ ਤਾਲਾ ਅੱਲਾਹ ਤਾਲਾ ਤੇਰੇ ਲਈ ਰਿਜ਼ਕ ਦੇ ਦਰਵਾਜ਼ੇ ਖੋਲ ਦੇਗਾ। ਉਹ ਕਹਿੰਦਾ ਕਿ ਮੈਨੂੰ ਫਿਰ ਉਹ ਕਮ ਗੌਰ ਦੱਸ ਦਿਓ ਕਿ ਮੈਂ ਅਹਿਮਦੀ ਵੀ ਨਾ ਹੋਵਾਂ ਤੇ ਮੈਂ ਅਮੀਰ ਹੋ ਜਾਵਾਂ, ਮੇਰੇ ਕੋਲ ਪੈਸੇ ਆ ਜਾਣ। ਉਹਨਾਂ ਕਿਹਾ ਕਿ ਫਿਰ ਗੱਲ ਹੈ ਵੇ ਕਿ ਸੁਣਿਆ, ਜਦੋਂ ਤੂੰ ਵਾਪਸ ਜਾਣਾ ਹੈ ਨਾ,
ਤੇ ਉਹਨੂੰ ਦਿੱਤਾ ਕਿਰਾਇਆ ਵਾਪਸੀ ਦਾ। ਉਹਨੂੰ ਕਹਿੰਦੇ ਉਹਦੇ ਕੋਲ ਵਿਚਾਰੇ ਕੋਲ ਆਉਣ ਦਾ ਕਿਰਾਇਆ ਸੀ, ਜਾਣ ਦਾ ਵੀ ਕਿਰਾਇਆ ਕੋਈ ਨਹੀਂ। ਉਹਨੂੰ ਸੋਚਿਆ ਉੱਥੋਂ ਜਾਵਾਂਗਾ, ਥੱਬੇ ਲੈ ਕੇ ਆਵਾਂਗਾ, ਟੈਚੀ ਭਰ ਕੇ ਲਿਆਵਾਂਗਾ। ਉਹ ਐਮਡੀ ਦੇ ਬੜੇ ਪੈਸੇ ਦਿੰਦੇ ਹੈਗੇ ਨੇ। ਉਹ ਜੋ ਉਹਨੂੰ ਗਲਤਫਹਿਮੀ ਬਚਪਨ ਤੋਂ ਲੈ ਕੇ ਹੁਣ ਤੱਕ ਮੂਲੀਆਂ ਨੇ ਪਾਈ ਸੀ, ਉਹ ਦੱਸਿਆ ਸੀ ਉਸ ਹਿਸਾਬ ਨਾਲ ਉਹਨੇ ਕਿਹਾ ਉੱਥੋਂ ਟੈਚੀ ਭਰ ਕੇ ਲਿਆਵਾਂਗਾ, ਇੱਥੇ ਕੋਠੀ ਤੇ ਬੰਗਲਾ ਬਣਾ ਲਾਂਗਾ ਤੇ ਉਹ ਵਾਹ ਵਾਹ ਹੋ ਜਾਏਗੀ ਮੇਰੀ ਨਾ। ਤੇ ਉਹਨੂੰ ਜਦੋਂ ਦੱਸਿਆ ਗਿਆ ਕਿ ਤੂੰ ਐਸਾ ਕਰ ਕਿ ਤੂੰ ਵਾਪਸ ਜਾ ਕੇ ਨਾ, ਤੂੰ ਬੇਸ਼ੱਕ ਅਹਿਮਦੀ ਹੋਣਾ ਤੇਰੇ ਲਈ ਜ਼ਰੂਰੀ ਨਹੀਂ, ਤੇ ਤੂੰ ਅਗਰ ਦੌਲਤ ਚਾਹੁੰਦਾ ਸਿਰਫ ਪੈਸੇ ਦਾ ਤੈਨੂੰ ਚਾਹੁੰਦਾ ਤੇ ਤੂੰ ਪੈਸਿਆਂ ਦਾ ਬੰਦੋਬਸਤ ਕਰਨ ਦਾ ਤੈਨੂੰ ਅਸੀਂ ਇੱਕ ਤਰੀਕਾ ਦੱਸਦੇ ਨੇ, ਗੌਰ ਦੱਸਦੇ ਨੇ। ਉਹਨੇ ਕਿਹਾ ਚਲੋ ਸਰ ਉਹ ਮੈਨੂੰ ਗੌਰ ਹੀ ਦੱਸ ਦਿਓ। ਉਹਨਾਂ ਕਿਹਾ ਗੌਰ ਹੈ ਵੇ ਕਿ ਜਦੋਂ ਤੂੰ ਵਾਪਸ ਜਾਣਾ ਹੈ ਨਾ, ਤੇ ਵਾਪਸ ਜਾ ਕੇ ਤੇਰੇ ਕੋਲ 150 ਜਿੰਨੀ ਦਿਨ ਤੌਫੀਕ ਹੋਈ ਉਹ ਆਪਣੇ ਤੋਂ ਕਿਸੇ ਮਾੜੇ ਬੰਦੇ ਦੀ ਜੇਬ 'ਚ ਪਾ ਦੇ, ਤੇ ਉਹਨੂੰ ਕਹੇ ਕਿ ਮੇਰੇ ਲਈ ਦੁਆ ਕਰ। ਤੇ ਉਹ ਜਦੋਂ ਉਹ ਦੁਆ ਕਰੇਗਾ ਨਾ, ਤੇ ਫਿਰ ਵੇਖੀ ਜਦੋਂ ਉਹ ਦੁਆ ਕਰੇਗਾ ਤੇ ਅੱਲਾਹ ਤਾਲਾ ਤੇਰੇ ਦਰਵਾਜ਼ੇ ਖੋਲ ਦੇਗਾ। ਫਿਰ ਤੂੰ ਹੋਰ ਦੇਗਾ ਤੇ ਅੱਲਾਹ ਤਾਲਾ ਤੈਨੂੰ ਹੋਰ ਦੇਗਾ, ਫਿਰ ਤੂੰ ਹੋਰ ਦੇਗਾ ਤੇ ਅੱਲਾਹ ਤਾਲਾ ਤੈਨੂੰ ਹੋਰ ਦੇਗਾ। ਐਸੇ ਤਰ੍ਹਾਂ ਤੇਰੇ ਦਿਨਾਂ ਦੇ ਵਿੱਚ ਦਿਨ ਬਦਲ ਜਾਣਗੇ। ਉਹ ਬੰਦੇ ਦੀ ਨਾ ਗੱਲ ਜਿਹੜੀ ਦਿਲ ਨੂੰ ਲੱਗੀ। ਉਹਨੇ ਕਿਹਾ ਠੀਕ ਹੈ। ਉਹਨੇ ਵਾਪਸ ਦਾ ਕਿਰਾਇਆ ਫੜਿਆ, ਵਾਪਸ ਚਲਾ ਗਿਆ ਸਿੰਧ ਦੇ ਇਲਾਕੇ। ਠੀਕ ਹੈ, ਵਾਪਸ ਗਿਆ। ਉੱਥੇ ਜਾ ਕੇ ਤੇ ਉਹਨੇ ਕੁਝ ਦਿਨ ਬਾਅਦ, 1-2 ਦਿਨ ਬਾਅਦ ਉੱਥੇ ਜਾ ਕੇ ਕੋਈ ਆਪਣੇ ਤੋਂ ਮਾੜਾ ਬੰਦਾ ਦੇਖਿਆ ਤੇ ਉਹਨੂੰ 150 ਜਿੰਨੀ ਉਹਨੂੰ ਤੌਫੀਕ ਸੀ ਉਹਨੂੰ ਦੇ ਦਿੱਤੇ ਨੇ ਪੈਸੇ ਨੇ, ਉਹਨੂੰ ਦਿੱਤੇ ਨੇ। ਤੇ ਯਕੀਨ ਕਰੋ ਕਿ ਉਹਨੇ ਪਹਿਲੇ ਬਹੁਤ ਜਗ੍ਹਾ ਤੇ ਅਪਲਾਈ ਕੀਤਾ ਸੀ ਕੰਮ ਦਾ ਕਿ ਮੇਰੀ ਇੰਨੀ ਕੁਆਲੀਫਿਕੇਸ਼ਨ ਹੈ, ਇੰਨਾ ਮੈਂ ਪੜ੍ਹਿਆ ਵਾਂ, ਇਹ ਸੂਰਤ ਹਾਲ ਹੈ। ਉਹਨੂੰ ਕਿਤੋਂ ਨੌਕਰੀ ਦੀ ਆਫਰ ਨਹੀਂ ਸੀ ਹੁੰਦੀ। ਉਹਨੇ ਜਦੋਂ ਗਰੀਬ ਇਨਸਾਨ ਦੀ ਮਦਦ ਕੀਤੀ ਤੇ ਅਚਾਨਕ ਉਹਨੂੰ ਫੋਨ ਆ ਗਿਆ ਕਿ ਜੀ ਸਾਨੂੰ ਫੌਰੀ ਤੌਰ 'ਤੇ ਜ਼ਰੂਰਤ ਹੈ ਤੇ ਤੁਸੀਂ ਆ ਕੇ ਨਾ ਸਾਡੇ ਕੋਲ ਜੌਬ ਕਰੋ। ਉਹ ਬੰਦਾ ਫੌਰੀ ਤੌਰ 'ਤੇ ਉੱਥੇ ਗਿਆ, ਰੇਡੀਓ ਕਹਿੰਦਾ ਕਿ ਫੌਰੀ ਤੌਰ 'ਤੇ ਆ ਜਾਓ। ਉੱਥੇ ਗਿਆ, ਉੱਥੇ ਜਾ ਕੇ ਤੇ ਉਹਨਾਂ ਕਿਹਾ ਜੀ ਸਰ ਇਹ ਤੁਹਾਡਾ ਆਫਿਸ ਹੈ, ਤੁਸੀਂ ਇੱਥੇ ਬਹਿਣਾ, ਇੰਨੇ ਘੰਟੇ ਦੀ ਡਿਊਟੀ, ਇੰਨੀਆਂ ਛੁੱਟੀਆਂ, ਜੋ ਕੁਝ ਵੀ ਉਹਨਾਂ ਤੈਅ ਪਾਇਆ ਵੇ, ਤੇ ਤੁਹਾਡੀ ਜਿਹੜੀ ਨਾ ਉਹ 15-20 ਹਜ਼ਾਰ ਰੁਪਇਆ ਉਹਨਾਂ ਦੀ ਤਨਖਾਹ ਲਾਤੀ ਹੈਗੀ ਨਾ ਫੌਰੀ ਤੌਰ 'ਤੇ। ਉਹ ਬੰਦਾ ਬੜਾ ਖੁਸ਼। ਉਹਨੇ ਕਿਹਾ ਵਾਹ ਮਾਸ਼ਾਅੱਲਾ, ਇਹ ਤੇ ਬੜੀ ਜਲਦੀ ਸੁਣੀ ਗਈ। ਉਹਨੂੰ ਉੱਥੋਂ ਤਨਖਾਹ ਮਿਲਣੀ। ਉਹਨੇ ਸਾਰਿਆਂ ਨਾਲ ਪਹਿਲੇ ਐਸਾ ਕਰਨਾ ਕੋਈ ਗਰੀਬਾਂ 'ਚ ਕੋਈ ਥੋੜ੍ਹੇ ਜਿਹੇ ਪੈਸੇ ਦੇ ਦੇਣੇ। ਉਹਨੂੰ ਕੁਛ ਦਿਨ ਗੁਜ਼ਰੇ ਨੇ, ਉੱਥੇ ਮਹੀਨਾ 2 ਮਹੀਨੇ ਗੁਜ਼ਰੇ ਨੇ, ਉਸ ਤੋਂ ਅੱਛੀ ਕੰਪਨੀ ਜੋ ਆਫਰ ਆ ਗਈ। ਕਹਿੰਦੇ ਆਓ ਸਾਡੇ ਕੋਲ ਕੰਮ ਕਰੋ, ਤੁਹਾਨੂੰ 35-40 ਹਜ਼ਾਰ ਰੁਪਇਆ ਤਨਖਾਹ ਦਾਂਗੇ ਤੇ ਫੌਰੀ ਤੌਰ 'ਤੇ ਆ ਜਾਓ। ਨਾ ਪਹਿਲੀ ਕੰਪਨੀ ਦੀ ਇੰਟਰਵਿਊ ਹੈ ਨਾ ਦੂਜੀ ਜੋ ਹੈ, ਉੱਥੇ ਉਹਨੂੰ ਨੌਕਰੀ ਮਿਲ ਗਈ। ਉੱਥੋਂ ਕਰਦੇ ਕਰਾਂਦੇ ਕਹਿੰਦਾ ਕਿ ਜੈਸਾ ਮੈਨੂੰ ਰੱਬ ਦੇ ਜਾਵੇ ਮੈਂ ਅੱਗੇ ਲੋਕਾਂ ਨੂੰ ਵੰਡੀ ਜਾਵਾਂ। ਲੋਕਾਂ ਨੂੰ ਵੰਡਣ ਤੋਂ ਮੁਰਾਦ ਇਹ ਵੇ ਕਿ ਆਪਣੇ ਜੋ ਅਖਰਾਜਾਤ ਉਹਦੇ ਕਰਦੇ ਸੀ ਮੈਂ ਗਰੀਬਾਂ ਨੂੰ ਦੇ ਜਾਵਾਂ ਵਿੱਚੋਂ। ਕਦੀ ਕਿਸੇ ਗਰੀਬ ਦੀ ਮਦਦ ਕਰਤੀ, ਕਦੀ ਕਿਸੇ ਦੀ ਕਰਤੀ। ਕਹਿੰਦਾ ਜਦੋਂ ਮੈਂ ਗਰੀਬਾਂ ਦੀ ਮਦਦ ਕਰਨੀ ਸ਼ੁਰੂ ਕੀਤੀ ਤੇ ਰੱਬ ਨੇ ਮੇਰੀ ਮਦਦ ਕਰਨੀ ਸ਼ੁਰੂ ਕਰਤੀ। ਉਹ ਜਿਹੜੀ ਉਹ ਤਨਖਾਹ ਜਿਹੜੀ ਉਹਦੀ ਅਗਰੀ ਉਹਨੂੰ ਕੰਪਨੀ 'ਚ ਜੋਬ ਮਿਲ ਗਈ 70-80 ਹਜ਼ਾਰ। ਉਹ ਦਿਨਾਂ ਦੇ ਵਿੱਚ ਜਾਂ ਮਹੀਨਿਆਂ ਦੇ ਵਿੱਚ ਉਹਦੀ ਤਨਖਾਹ ਜਿਹੜੀ ਲੱਖਾਂ ਦੇ ਵਿੱਚ ਚਲ ਗਈ। ਉਹਦੇ ਲੱਖਾਂ ਚਲ ਗਈ ਨਾ, ਤੇ ਉਹਨੂੰ ਫਿਰ ਉਹ ਯਾਦ ਆਇਆ। ਉਹਨੇ ਕਿਹਾ ਯਾਰ ਉਹ ਬੰਦਾ ਜਿਹੜਾ ਜਿਹਦੇ ਕੋਲ ਮੈਂ ਗਿਆ ਸੀ, ਜਿਹਨੂੰ ਮੈਂ ਮਿਲਿਆ ਸੀ ਐਸਲਾਮਾਬਾਦ ਵਿੱਚ, ਉਹਦਾ ਯਾਰ ਫੋਨ ਨੰਬਰ ਹੈ ਸੀ ਮੇਰੇ ਕੋਲ, ਤੇ ਮੈਂ ਤੇ ਉਹਦੇ ਨਾਲ ਰਾਬਤਾ ਨਹੀਂ ਕੀਤਾ। ਅਚਾਨਕ ਉਹਨੂੰ ਫੋਨ ਮਿਲਿਆ ਤੇ ਉਹਨੇ ਫੋਨ ਉਹਨੂੰ ਕੀਤਾ। ਉਹਨੂੰ ਫੋਨ ਕਰਕੇ ਤੇ ਉਹ ਕਹਿਣ ਲੱਗਾ ਸਰ ਤੁਹਾਡੀ ਬਹੁਤ ਮਿਹਰਬਾਨੀ ਸਰ, ਜਿਹੜਾ ਤੁਸੀਂ ਗੌਰ ਮੈਨੂੰ ਦੱਸਿਆ ਸੀ ਉਹ ਮੈਂ ਗੌਰ ਇਸਤੇਮਾਲ ਕੀਤਾ ਸਰ। ਅੱਲਾਹ ਤਾਲਾ ਫਜ਼ਲ ਨਾਲ ਹੁਣ ਮੈਨੂੰ ਨੌਕਰੀ ਮਿਲ ਗਈ ਹੈ, ਮੇਰੀ ਇੰਨੇ ਲੱਖ ਰੁਪਏ ਤਨਖਾਹ ਵੇ, ਇਹ ਸੂਰਤ ਹਾਲ ਹੈ, ਮੇਰਾ ਘਰ ਵੀ ਬਣ ਗਿਆ ਤੇ ਜਾਂ ਉਹ ਮੇਰੇ ਜਿਹੜੇ ਬੱਚੇ ਜਿਹੜੇ ਨੇ ਉਹ ਵੀ ਸੁਖੀ ਹੋ ਗਏ ਨੇ, ਮੈਂ ਵੀ ਸੁਖੀ ਹੋ ਗਿਆ। ਤੇ ਦੇਖੋ ਜਮਾਤੇ ਅਹਿਮਦੀਆ ਨੂੰ ਵੀ ਅੱਲਾਹ ਤਾਲਾ ਜਿਹੜਾ ਉਹ ਤੇ ਫਜ਼ਲ ਕਰਦਾ ਹੈ, ਉਹਦੇ ਬੰਦਿਆਂ ਦੇ ਫਜ਼ਲ ਕਰਦਾ ਹੈ। ਉਹ ਇਸ ਵਜ੍ਹਾ ਤੇ ਫਜ਼ਲ ਕਰਦਾ ਹੈ ਕਿ ਆਪਣੀ ਜਿਹੜੀ ਕਮਾਈ ਹੈ ਉਹ 'ਚੋਂ ਚੰਦਾ ਦਿੰਦੇ ਨੇ, ਫਿਰ ਨਵੀਂ ਤਹਿਰੀਕ ਆਉਂਦੀ ਉਹਦੇ ਚੰਦਾ ਦਿੰਦੇ, ਫਿਰ ਨਵੀਂ ਤਹਿਰੀਕ ਆਉਂਦੀ। ਇਹ ਮੇਰਾ ਤਮਾਮ ਦੋਸਤਾਂ ਨੂੰ ਪੈਗਾਮ ਹੈ ਕਿ ਦੋਸਤੋ ਗੱਲ ਐਵੇਂ ਕੋਈ ਚੀਜ਼ ਨੂੰ ਅਹਿਮਦੀ ਹੋਣ ਨਾਲ ਇੱਕ ਪੈਸਾ ਨਹੀਂ ਦਿੰਦੇ। ਹਾਂ ਦਿੰਦੇ ਨੇ, ਉਸ ਔਰਤ ਨੂੰ ਦਿੰਦੇ ਨੇ ਜਿਹੜੀ ਬੇਵਾ ਹੋ ਜੇ, ਉਸ ਬੱਚਿਆਂ ਨੂੰ ਦਿੰਦੇ ਨੇ ਜਿਹੜੇ ਯਤੀਮ ਹੋ ਜਾਣ। ਉਹ ਇੱਕ ਬੰਦਾ ਹੈ ਉਹ ਬਿਲਕੁਲ ਨਹਾਤਾ, ਉਹ ਘਰ ਬੈਠ ਕੇ ਉਹਦਾ ਕੋਈ ਕਾਰੋਬਾਰ ਨਹੀਂ, ਫਲਾਪ ਹੋ ਗਿਆ ਹਰ ਤਰ੍ਹਾਂ। ਉਹਦੀ ਕੋਈ ਅਮਦਾਦ ਕੋਈ ਕਰ ਸਕਦਾ ਹੈ ਜਾਂ ਕੋਈ ਦਰਖਾਸਤ ਦੇਵੇ ਕਿ ਯਾਰ ਮੈਨੂੰ ਕੋਈ ਇੰਨਾ ਕਰਜ਼ਾ ਹੱਸਾਂ ਦੇ ਦਿਓ, ਤੇ ਜਾਂ ਉਹ ਤੇ ਉਹਨੂੰ ਤੇ ਮਿਲ ਜਾਂਦੇ। ਹਰ ਗਰੀਬ ਦੀ ਮਦਦ ਕਰਦੇ ਨੇ, ਹਰ ਮਜ਼ਲੂਮ ਦੀ ਮਦਦ ਕਰਦੇ ਨੇ, ਹਰ ਮਜ਼ਲੂਮ ਦੀ ਮਦਦ ਕਰਦੇ ਨੇ। ਤੇ ਉਹ ਇੰਝ ਹੀ ਕਰਦੇ ਨੇ ਜਿਹੜੇ ਚੰਦੇ ਇਕੱਠੇ ਹੁੰਦੇ ਨੇ, ਜਿਹੜੇ ਚੰਦਿਆਂ ਦਾ ਜਿਹੜਾ ਸਿਸਟਮ ਹੈ ਉਹ ਇੱਕ ਨਿਜ਼ਾਮ ਹੈ, ਇੱਕ ਜਮਾਤ ਹੈ। ਠੀਕ ਹੈ, ਤੇ ਬਾਕੀ ਜੇ ਕੋਈ ਅਹਿਮਦੀ ਹੋਣ ਦੇ ਨਾਤੇ ਕਿ ਅਗਰ ਮੈਂ ਬਿਲਫਰਜ਼ਮਨ ਪਦੈਸ਼ੀ ਅਹਿਮਦੀ ਹੈਗਾ ਨਾ, ਮੈਨੂੰ ਪਤਾ ਹੈ ਕਿ ਅੱਜ ਤੱਕ ਜਮਾਤ ਨੇ ਇੱਕ ਪੈਸਾ ਮੇਰੇ ਘਰ ਨਹੀਂ ਦਿੱਤਾ। ਮਗਰ ਇੰਨਾ ਮੈਨੂੰ ਪਤਾ ਹੈ ਕਿ ਜਮਾਤ ਤੋਂ ਅਗਰ ਮੈਨੂੰ ਪਤਾ ਚੱਲੇ ਕਿ ਮੇਰੇ ਉੱਤੇ ਕੋਈ ਇਬਤਲਾ ਐਸਾ ਆ ਗਿਆ, ਮੈਂ ਤਕਲੀਫ 'ਚ ਆ ਗਿਆ, ਬਿਲਫਰਜ਼ਮਨ ਮਾਜ਼ੂਰ ਹੋ ਗਿਆ, ਕੰਮ ਨਹੀਂ ਕਰ ਸਕਦਾ, ਉਹ ਮੈਂ ਜਮਾਤ ਦੇ ਨਾਲ ਰਾਬਤਾ ਕਰਾਂਗਾ ਕਿ ਮੇਰੀ ਤੇ ਇਸ ਟਾਈਮ ਇਹ ਹਾਲਤ ਹੈ, ਮੇਰੇ ਕੋਲ ਤਾਂ ਕੁਛ ਨਹੀਂ ਗੁਜ਼ਾਰਾ ਹੁੰਦਾ, ਮੈਂ ਜੀਣਾ, ਮੈਂ ਜ਼ਿੰਦਾ ਰਹਿਣਾ ਚਾਹੁੰਦਾ ਵਾਂ ਨਾ,
ਤੇ ਫਿਰ ਮੇਰੇ ਉਹ ਜ਼ਰੂਰ ਮਦਦ ਕਰਨਗੇ। ਉਹ ਮੇਰੀ ਨਹੀਂ ਮਦਦ ਕਰਦੇ, ਉਹ ਸਿਰਫ ਅਹਿਮਦੀਆਂ ਦੀ ਮਦਦ ਨਹੀਂ ਕਰਦੇ, ਉਹ ਅਫਰੀਕਾ ਦੇ ਵਿੱਚ ਜਿਹੜੇ ਲੋਕੀ ਰਹਿਣ ਵਾਲੇ ਉਹਨਾਂ ਦੀ ਮਦਦ ਕਰਦੇ ਨੇ। ਉਹਨਾਂ ਨੇ ਬੋਸਨੀਆ ਦੇ ਵਿੱਚ ਜਦੋਂ ਜੰਗ ਲੱਗੀ ਸੀ, ਤਕਲੀਫ ਸੀ, ਉੱਥੇ ਮਦਦ ਕੀਤੀ ਹੈ। ਉਹ ਵਾਲਾਕੋਟ 'ਚ ਜ਼ਲਜ਼ਲਾ ਆਇਆ ਸੀ, ਉਹਨਾਂ ਦੀ ਤਕਲੀਫ ਦੇ ਵਿੱਚ ਮਦਦ ਕੀਤੀ ਹੈ। ਹੁਣ ਇਹ ਜਦੋਂ ਕਰੋਨਾ ਦੀ ਬਿਮਾਰੀ ਆਈ ਹੈ, ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਚਾਵਲ, ਆਟਾ, ਦਾਲਾਂ ਤਕਸੀਮ ਕੀਤੀਆਂ ਨੇ। ਉਹ ਇਹ ਨਹੀਂ ਪੁੱਛਦੇ ਤਕਸੀਮ ਕਰਨ ਤੋਂ ਪਹਿਲੇ, ਨਾ ਇਹ ਕਹਿੰਦੇ ਨੇ ਕਿ ਤੁਸੀਂ ਅਹਿਮਦੀ ਹੋਣਾ ਹੈ, ਕਤਲ ਨਹੀਂ ਕਹਿੰਦੇ ਹੈਗੇ। ਉਹ ਸਿਰਫ ਇਨਸਾਨੀਅਤ ਦੀ ਹੈਲਪ ਕਰਦੇ ਨੇ। ਜਦੋਂ ਦੇਖੋ ਉਹ ਇਨਸਾਨੀਅਤ ਦੀ ਹੈਲਪ ਕਰਦੇ ਨੇ, ਉਹ ਕਿਸੇ ਕੋਲੋਂ ਕਿਸੇ ਦਾ ਮਜ਼ਹਬ ਨਹੀਂ ਪੁੱਛਦੇ, ਨਾ ਕਿਸੇ ਕੋਲ ਪੁੱਛਦੇ ਨੇ ਸਿੱਖ ਹੈ, ਤੂੰ ਹਿੰਦੂ ਹੈ, ਈਸਾਈ ਹੈ, ਮੁਸਲਮਾਨ ਹੈ, ਕੌਣ ਹੈ। ਸਿਰਫ ਇਨਸਾਨੀਅਤ ਦੇ ਨਾਤੇ ਇਨਸਾਨਾਂ ਦੀ ਮਦਦ ਕਰਦੇ ਨੇ। ਫਿਰ ਖੁਦਾ ਇਸ ਜਮਾਤ ਦੀ ਮਦਦ ਕਰਦਾ। ਤੇ ਅੱਜ ਉਸੇ ਵਜ੍ਹਾ ਤੋਂ ਇਹ ਜਮਾਤ ਜਿਹੜੀ ਅੱਜ ਪੂਰੀ ਦੁਨੀਆ 'ਚ ਫੈਲੀ ਹੈ, ਇਹ ਉਹੀ ਜਮਾਤ ਹੈ ਜਿਹਦੇ ਬਾਰੇ ਲੋਕੀ ਕਹਿੰਦੇ ਸੀ ਕਿ ਅਸੀਂ ਕਾਦੀਆਨ ਦੀ ਇੱਟ ਨਾਲ ਇੱਟ ਵਜਾ ਦਾਂਗੇ। ਉਹ ਮੌਲਵੀ ਮੁਹੰਮਦ ਹੁਸੈਨ ਬਟਾਲਵੀ ਸੀ, ਉਹ ਇਹ ਬਹੁਤ ਦਾਅਵਾ ਕਰਦਾ ਸੀ ਕਿ ਮੈਂ ਕਾਦੀਆਨ ਦੀ ਇੱਟ ਨਾਲ ਇੱਟ ਵਜਾ ਦਾਂਗਾ। ਤੇ ਹਜ਼ਰਤ ਖਲੀਫਤ ਮਸੀਹ ਰਾਬੇ ਰਹਿਮਹੁੱਲਾਹ ਲੈ ਜਦੋਂ ਕਾਦੀਆਂ ਗਏ ਨੇ 91 ਦੇ ਵਿੱਚ, ਉਹਨਾਂ ਇੱਕ ਵਫਦ ਭੇਜਿਆ ਉੱਥੇ ਬਟਾਲੇ। ਉਹਨਾਂ ਕਿਹਾ ਉਸ ਮੌਲਵੀ ਦੀ ਜਾ ਕੇ ਕਬਰ ਦੀ ਤੇ ਹਾਲਤ ਵੇਖ ਕੇ ਆਓ, ਮੌਲਵੀ ਮੁਹੰਮਦ ਹੁਸੈਨ ਬਟਾਲਵੀ ਦੀ। ਉਹ ਕਹਿੰਦਾ ਸੀ ਕਿ ਮੈਂ ਤੇ ਕਾਦੀਆਨ ਦੀ ਇੱਟ ਨਾਲ ਇੱਟ ਵਜਾ ਦਾਂਗਾ। ਤੇ ਉਹਦੀ ਕਬਰ ਦਾ ਕੀ ਹਾਲ ਹੈ? ਉਹ ਇੱਕ ਵਫਦ ਗਿਆ ਉੱਥੇ, ਉਹਨਾਂ ਦੱਸਿਆ ਕਿ ਉਹਦੀ ਕਬਰ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ। ਤੇ ਅੱਜ ਅਹਿਮਦੀਅਤ ਪੂਰੀ ਦੁਨੀਆ 'ਚ ਫੈਲੀ ਗਈ। ਕੋਈ ਦੁਨੀਆ ਦਾ ਐਸਾ ਮੁਲਕ ਨਹੀਂ ਜਿੱਥੇ ਅਹਿਮਦੀਅਤ ਨਹੀਂ। ਉੱਥੋਂ ਜਲਸੇ ਵੀ ਹੁੰਦੇ, ਸਭ ਕੁਝ ਹੁੰਦੇ ਨੇ। ਮਗਰ ਮੈਂ ਉਹਨਾਂ ਦੇ ਮੁਗਾਲਤੇ ਲਈ, ਉਹਨਾਂ ਦੀ ਗਲਤੀ ਲਈ, ਉਹ ਸਿਰਫ ਦਰੁਸਤਗੀ ਸਿਰਫ ਇਹਨਾਂ ਮੈਂ ਕਰਨਾ ਚਾਹੁੰਦਾ ਵਾਂ ਕਿ ਜਮਾਤੇ ਅਹਿਮਦੀਆ ਉਹ ਕਿਸੇ ਨੂੰ ਅਹਿਮਦੀ ਹੋਣ ਦੇ ਪੈਸਾ ਨਹੀਂ ਦਿੰਦੀ, ਕਿਸੇ ਨੂੰ ਨਹੀਂ ਦਿੰਦੀ, ਸਵਾਏ ਮਜ਼ਲੂਮ ਦੇ, ਸਵਾਏ ਮਜਬੂਰ ਦੇ। ਹਾਂ, ਜਿਹੜਾ ਕੋਈ ਮਜਬੂਰ ਇਨਸਾਨ ਹੋਏ, ਚਾਹੇ ਕਿਸੇ ਧਰਮ ਦਾ ਨਾਮ ਹੀ ਹੋਏ, ਕਿਸੇ ਉਹ ਇਨਸਾਨ ਹੋਣਾ ਚਾਹੀਦਾ, ਕੋਈ ਵੀ, ਜਾਂ ਉਹਦੀ ਹਮੇਸ਼ਾ ਮਦਦ ਕਰਦੇ ਨੇ। ਤੇ ਤਾਰੀਖ ਇਸ ਚੀਜ਼ ਦੀ ਗਵਾਹ ਹੈ ਕਿ ਜਮਾਤ ਅਹਿਮਦੀਆ ਜਿਹੜੀਆਂ ਨੇ, ਉਹਨਾਂ ਨੇ ਈਦੀ ਵੈਲਫੇਅਰ ਜਿਹੜੇ ਸੈਂਟਰ ਦੇ ਕੀ ਨਾਮ ਸੀ ਉਹਨਾਂ ਦਾ, ਈਦੀ ਸਾਹਿਬ ਜਿਹੜੇ ਨੇ, ਈਦੀ ਸਾਹਿਬ ਇੰਗਲੈਂਡ 'ਚ ਆਏ ਸੀ ਤੇ ਉਹਨਾਂ ਦੀ ਮਦਦ ਕੀਤੀ ਸੀ। ਉਹ ਹਰ ਕਿਸੇ ਦੀ ਮਦਦ ਕਰਦੇ ਨੇ। ਉਹ ਪੁੱਛੋ, ਮਦਦ ਕਰਨ ਤੋਂ ਪਹਿਲੇ ਇਹ ਨਹੀਂ ਕਹਿੰਦੇ ਕਿ ਤੁਸੀਂ ਅਹਿਮਦੀ ਹੋਵੋ, ਤੁਸੀਂ ਕਾਦੀਆਨੀ ਹੋਵੋ, ਤੁਸੀਂ ਮਰਜ਼ਈ ਹੋ, ਕੁਛ ਨਹੀਂ ਕਹਿੰਦੇ। ਬਲਕਿ ਉਹ ਇਹ ਵੇਖਦੇ ਨੇ ਕਿ ਜਿਹੜਾ ਇਨਸਾਨੀਅਤ ਦੀ ਕੋਈ ਵੀ ਬੰਦਾ ਹੈਲਪ ਕਰ ਰਿਹਾ, ਉਹ ਉਹਦੀ ਵੀ ਹੈਲਪ ਕਰਦੇ ਨੇ। ਇਹ ਜਮਾਤ ਦਾ ਰਿਕਾਰਡ ਹੈ। ਤੇ ਜਮਾਤ ਪੈਸੇ ਦਿੰਦੀ ਨਹੀਂ ਹੈਗੀ, ਲੈਂਦੀ ਹੈ, ਚੰਦੇ ਲੈਂਦੀ ਹੈ। ਇੰਨੀਆਂ ਤਰੀਕਾਂ ਨੇ, ਤੁਸੀਂ ਆਓਗੇ ਤੇ ਤੁਹਾਡਾ ਸ਼ੁਰੂ ਦੇ ਸਿਰ 'ਚ ਘਰਾ ਜਾਏਗਾ। ਤੇ ਬਾਅਦ 'ਚ ਜਦੋਂ ਅੱਲਾਹ ਤਾਲਾ ਤੁਹਾਨੂੰ ਤੌਫੀਕ ਦੇਗਾ, ਤੁਸੀਂ ਚੰਦੇ ਦੇ ਜਾਓਗੇ, ਅੱਲਾਹ ਮੈਂ ਤੁਹਾਡੇ ਮਾਲ 'ਚ ਬਰਕਤ ਪਾਈ ਜਾਏਗਾ। ਉਹ ਬਰਕਤ ਹੀ ਪੈਂਦੀ ਮਾਲ ਦੇ ਵਿੱਚ, ਜਿਹਦੀ ਵਜ੍ਹਾ ਤੋਂ ਅਹਿਮਦੀਆਂ ਕੋਲੋਂ ਅੱਜ ਪੈਸੇ ਨੇ, ਦੌਲਤ ਹੈ, ਸਭ ਕੁਛ ਹੈ। ਸਾਰਿਆਂ ਨਾਲੋਂ ਵੱਡੀ ਦੌਲਤ ਹੁੰਦੀ ਹੈ ਰੱਬ ਦਾ ਸ਼ੁਕਰ ਅਦਾ ਕਰਨਾ। ਉਹ ਅਹਿਮਦੀ ਤੁਹਾਨੂੰ ਹਰ ਦੂਸਰਾ ਬੰਦਾ, ਹਰ ਬੰਦਾ ਤਕਰੀਬਨ ਸ਼ੁਕਰ ਅਦਾ ਕਰਨ ਵਾਲਾ ਬਣੇਗਾ। ਉਹ ਹਰ ਚੀਜ਼ ਦੇ ਉੱਤੇ ਰੱਬ ਦਾ ਸ਼ੁਕਰ ਅਦਾ ਕਰੇਗਾ। ਸ਼ੁਕਰ ਹੈ ਰੱਬ ਦਾ, ਸ਼ੁਕਰ ਹੈ। ਤੇ ਉਹ ਜਦੋਂ ਰੱਬ ਦਾ ਸ਼ੁਕਰ ਅਦਾ ਕਰੋਗੇ, ਜਿੰਨਾ ਸ਼ੁਕਰ ਅਦਾ ਕਰੋਗੇ, ਰੱਬ ਉਹਨਾਂ ਦੇ ਜਾਂਦਾ ਠਾ ਠਾ। ਫਿਰ ਲੋਕੀ ਕਹਿੰਦੇ ਨੇ ਕਾਦੀਆਨੀ ਨੋਟ ਵੰਡਦੇ ਨੇ ਕਿ ਰੱਬ ਵੰਡਦਾ ਹੈਗਾ। ਬਸ ਕਾਦੀਆਨੀ ਗਰੀਬਾਂ ਉੱਤੇ ਨੂੰ ਵੰਡਦੇ ਨੇ, ਮਜ਼ਲੂਮਾਂ ਨੂੰ ਵੰਡਦੇ ਨੇ, ਮਜਬੂਰਾਂ ਨੂੰ ਵੰਡਦੇ ਨੇ। ਯਾਰ ਉਹ ਹਿਊਮੈਨਿਟੀ ਫਸਟ ਹੈਗੀ, ਠੀਕ ਹੈ। ਉਹ ਜਮਾਤ ਅਹਿਮਦੀ ਦਾ ਅਦਾਰਾ ਵੇ, ਉਹ ਅੱਲਾਹ ਤਾਲਾ ਫਿਰ ਪੂਰੀ ਦੁਨੀਆ ਦੀ ਖਿਦਮਤ ਕਰਦਾ ਹੈ। ਤੇ ਜਦੋਂ ਦੇਖੋ ਇੱਕ ਬੰਦਾ ਰੱਬ ਦੇ ਬੰਦੇ ਨੂੰ ਦਿੰਦਾ ਹੈ, ਤੇ ਕੀ ਰੱਬ ਨਹੀਂ ਦੇਗਾ? ਰੱਬ ਤੇ ਉਹਨਾਂ ਨੂੰ 70 ਗੁਣਾ ਜ਼ਿਆਦਾ ਦਿੰਦਾ। ਤੇ ਜਦੋਂ 70 ਗੁਣਾ ਜ਼ਿਆਦਾ ਦੇਗਾ ਤੇ ਫਿਰ ਜਮਾਤ ਤੇ ਅਮੀਰ ਹੋਣੀ ਹੈ। ਫਿਰ ਉਸ ਬੰਦੇ ਨੇ ਵੀ ਅਮੀਰ ਹੋਣਾ ਹੈ ਜਿਹੜਾ ਅਹਿਮਦੀ ਹੋਇਆ। ਇਸੇ ਕਿ ਉਹ ਜਦੋਂ ਦੇਗਾ ਤੇ ਰੱਬ ਦਾ ਵਾਅਦਾ ਕੁਰਾਨ ਦੇ ਵਿੱਚ, ਮੈਂ 70 ਗੁਣਾ ਜ਼ਿਆਦਾ ਦਾਂਗਾ। ਤੇ ਰੱਬ ਫਿਰ ਦਿੰਦਾ, ਉਹ ਰੱਬ ਦਿੰਦਾ। ਤੇ ਫਿਰ ਤਾਤੀ ਅਹਿਮਦੀ ਜਿਹੜੇ ਨੇ ਉਹ ਅਮੀਰ ਨੇ, ਉਹ ਨਕਲ ਪੈਸੇ ਨੇ, ਉਹ ਬਿਜ਼ਨਸ ਕਰਦੇ ਨੇ ਰੱਬ ਦੀ ਜ਼ਾਤ ਦੇ ਨਾਲ, ਖੁਦਾ ਨਾਲ ਬਿਜ਼ਨਸ ਕਰਦੇ ਨੇ। ਤੇ ਜਿਹੜਾ ਖੁਦਾ ਨਾਲ ਬਿਜ਼ਨਸ ਕਰਦਾ ਉਹਨੂੰ ਘਾਟਾ ਨਹੀਂ ਪੈ ਸਕਦਾ। ਦੁਨੀਆ ਨਾਲ ਕਰੀਓ ਬਿਜ਼ਨਸ, ਘਾਟੇ ਪਈ ਜਾਂਦੇ ਨੇ ਹਨਾ। ਰੱਬ ਨਾਲ ਬਿਜ਼ਨਸ ਕੀਤਾ ਹੋਇਆ ਕਦੀ ਬੰਦਾ ਮਾਰ ਨਹੀਂ ਖਾਂਦਾ। ਤਾਦੀ ਅਹਿਮਦੀ ਅੱਜ ਅੱਲਾਹ ਨਾਲ ਹਰ ਪਾਸੇ ਨਾਰੇ ਰਹਿੰਦੇ, ਜੇ ਮਿਰਜ਼ਾਦੇ, ਜੇ ਮਿਰਜ਼ਾਦੇ, ਜੇ ਮਿਰਜ਼ਾਦੇ। ਇਹ ਤੁਹਾਨੂੰ ਮਿਰਜ਼ਾ ਸਾਹਿਬ ਇਹੀ ਤੁਹਾਨੂੰ ਸਿਖਾ ਕੇ ਨੇ ਕਿ ਖੁਦਾ ਦੇ ਨਾਲ ਤਲਕ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੇ ਈਮਾਨ, ਇਸਲਾਮ ਦੇ ਨਾਲ ਮੁਹੱਬਤ, ਉਹਦੀ ਵਜ੍ਹਾ ਤੋਂ ਅੱਲਾਹ ਤਾਲਾ ਇੰਨੇ ਫਜ਼ਲ ਕਰਦਾ, ਹੋਰ ਕੋਈ ਨਹੀਂ। ਵਰਨਾ ਸ਼ੁਕਰ ਅਲਹਮਦੁਲਿਲਾ, ਵਰਨਾ ਅੱਜ ਅਸੀਂ ਕਿਤੇ ਪੀਰਾਂ ਫਕੀਰਾਂ ਨੂੰ ਮੰਨਦੇ ਹੋਣਾ ਸੀ, ਕਿਸੇ ਦਰਬਾਰਾਂ ਤੇ ਮੱਥੇ ਟੇਕਦੇ ਹੋਣਾ ਸੀ। ਰੱਬ ਦਾ ਬੜਾ ਸ਼ੁਕਰ ਹੈ। ਤੇ ਰੱਬ, ਉਹ ਮਿਰਜ਼ਾ ਸਾਹਿਬ ਜਿਹੜੇ ਨਾ, ਉਹ ਸਾਨੂੰ ਸਿੱਧੀ ਰਾਹ ਦਿਖਾ ਕੇ ਨੇ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਹ ਰਾਹ ਦੱਸੀ ਜੇ, ਇੱਥੇ ਜਾਓਗੇ ਤਾਂ ਕੁਛ ਮਿਲੇਗਾ, ਦੂਜੇ ਪਾਸ ਜਾਓਗੇ ਤੇ ਉਹ ਤੁਹਾਨੂੰ ਕੱਖ ਨਹੀਂ ਮਿਲੇਗਾ।
ਉਹ ਸਾਨੂੰ ਮਿਰਜ਼ਾ ਸਾਹਿਬ ਸਿਰਫ ਰਾਹ ਵਿਖਾਉਣ ਆਏ ਸੀ। ਉਹ ਜਿਨ੍ਹਾਂ ਨੇ ਵੇਖੀ ਹੈ ਨਾ, ਤੇ ਉਸੇ ਰਾਹ ਤੇ ਚੱਲਦੇ ਪਏ ਨੇ, ਤੇ ਰੱਬ ਤਾਂ ਦੀ ਉਹਦੀ ਨਿਸਬਤ ਦੀ ਬਰਕਤਾਂ ਜਿਹੜੀਆਂ ਨੇ ਉਹ ਨਾਜ਼ਰ ਫਰਮਾ ਰਿਹਾ।